ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਾਠ ਪੁਸਤਕ ਸੰਤਲੀ ਪੈੜਾ ਵਿੱਚੋਂ ਪਾਠ 5 ਜੁਗਤੀ ਚਾਚਾ ਕਹਾਣੀ ਪੜ੍ਹਾਂਗੇ। ਇਹ ਕਹਾਣੀ ਕਿਸ ਕਹਾਣੀਕਾਰ ਦੀ ਲਿਖੀ ਹੋਈ ਹੈ? ਇਹ ਕਹਾਣੀ ਅਵਤਾਰ ਸਿੰਘ ਸੰਧੂ ਦੀ ਲਿਖੀ ਹੋਈ ਹੈ। ਯੁਕਤ ਵਿੱਚ ਕਿਸੇ ਵੀ ਕੰਮ ਨੂੰ ਕਰਨ ਲਈ ਕੋਈ ਯੋਜਨਾ, ਢੰਗ, ਤਰੀਕਾ ਸੋਚਣਾ। ਇਸ ਕਹਾਣੀ ਦਾ ਨਾਂ ਕੀ ਆ? ਜੁਗਤੀ ਚਾਚਾ। ਤਾਂ ਉਹ ਜਿਹੜਾ ਚਾਚਾ ਹੈ, ਜੁਗਤੀ ਚਾਚਾ, ਕਿਸੇ ਵੀ ਕੰਮ ਨੂੰ ਕਰਨ ਲਈ ਕੋਈ ਨਾ ਕੋਈ ਯੁਕਤ ਲੱਭ ਲੈਂਦਾ ਸੀ। ਇਸ ਕਰਕੇ ਉਸ ਦਾ ਨਾਮ ਕੀ ਪੈ ਗਿਆ? ਜੁਗਤੀ ਚਾਚਾ। ਅੱਜ ਅਸੀਂ ਇਸ ਕਹਾਣੀ ਦਾ ਸੰਖੇਪ ਵਿੱਚ ਸਾਰ ਪੜ੍ਹਾਂਗੇ। ਇਸ ਕਹਾਣੀ ਦਾ ਸੰਖੇਪ ਵਿੱਚ ਸਾਰ ਪੜ੍ਹਾਂਗੇ। ਕਿਸੇ ਪਿੰਡ ਵਿੱਚ ਕਿਸਾਨ ਰਹਿੰਦਾ ਸੀ। ਉਹ ਕਿਸਾਨ ਦਾ ਦਿਮਾਗ ਕੀ ਸੀ? ਬਹੁਤ ਜ਼ਿਆਦਾ ਤੇਜ਼ ਸੀ। ਉਹ ਨਿੱਤ ਨਵੀਆਂ ਯੋਜਨਾਵਾਂ ਬਣਾਉਂਦਾ ਸੀ। ਨਿੱਤ ਮੀਨਸ ਹਰ ਰੋਜ਼ ਯੋਜਨਾਵਾਂ ਵਿੱਚ ਰੋਜ਼ ਕੋਈ ਨਾ ਕੋਈ ਨਵੀਆਂ ਯੋਜਨਾਵਾਂ ਬਣਾਉਂਦਾ ਸੀ। ਨਿੱਤ ਨਵੀਆਂ ਸਕੀਮਾਂ ਸੋਚਦਾ ਸੀ। ਤਾਂ ਇੱਦਾਂ ਦੀ ਸਕੀਮ ਸੋਚਦਾ ਸੀ, ਉਸ ਸਕੀਮ ਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਸੀ ਹੁੰਦਾ, ਬਲਕਿ ਕਿਸੇ ਦਾ ਵਿਗੜਿਆ ਹੋਇਆ ਕੰਮ ਬਣਾ ਦਿੰਦਾ ਸੀ। ਕਿਸੇ ਦਾ ਵਿਗੜਿਆ ਹੋਇਆ ਕੰਮ ਬਣ ਜਾਂਦਾ ਸੀ ਅਤੇ ਉਹ ਕਿਸੇ ਨੂੰ ਨਿਰਾਸ਼ ਵੀ ਨਹੀਂ ਸੀ ਕਰਦਾ। ਲੋਕਾਂ ਨੇ ਉਸ ਨੂੰ ਜੁਗਤੀ ਚਾਚਾ ਕਹਿਣਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਉਸ ਨੂੰ ਕੀ ਕਹਿਣਾ ਸ਼ੁਰੂ ਕਰ ਦਿੱਤਾ? ਜੁਗਤੀ ਚਾਚਾ, ਕਿਉਂਕਿ ਇੱਦਾਂ ਦੀ ਜੁਗਤਾਂ ਬਣਾਉਂਦਾ ਸੀ ਜਿਸ ਨਾਲ ਕਿਸੇ ਦਾ ਨੁਕਸਾਨ ਨਹੀਂ ਸੀ ਹੁੰਦਾ ਅਤੇ ਕਿਸੇ ਦਾ ਵਿਗੜਿਆ ਹੋਇਆ ਕੰਮ ਬਣ ਜਾਂਦਾ ਸੀ ਅਤੇ ਲੋਕ ਉਸ ਨੂੰ ਜੁਗਤੀ ਚਾਚਾ ਕਹਿਣ ਲੱਗ ਪਏ। ਹੁਣ ਉਹ ਸਾਰੇ ਇਲਾਕੇ ਵਿੱਚ ਜੁਗਤੀ ਚਾਚੇ ਦੇ ਨਾਂ ਨਾਲ ਕੀ ਸੀਗਾ? ਮਸ਼ਹੂਰ ਸੀਗਾ। ਜਿਹੜਾ ਜੁਗਤੀ ਚਾਚਾ ਸੀ ਕਿ ਉਹ ਬਹੁਤ ਹੀ ਮਿਹਨਤੀ ਅਤੇ ਇਮਾਨਦਾਰ ਸੀ। ਦਿਨ ਰਾਤ ਮਿਹਨਤ ਕਰਦਾ ਸੀ। ਇਸ ਕਰਕੇ ਉਸ ਕੋਲ ਪੈਸੇ ਧੇਲੇ ਦੀ ਕੋਈ ਕਮੀ ਨਹੀਂ ਸੀ। ਪੈਸੇ ਧੇਲੇ ਵਿੱਚ ਉਸ ਕੋਲ ਰੁਪਏ ਪੈਸੇ ਦੀ ਕੋਈ ਵੀ ਕਮੀ ਨਹੀਂ ਸੀ। ਸਾਰੇ ਪਿੰਡ ਵਿੱਚ ਉਸ ਦੀ ਲੋਕ ਬਹੁਤ ਇੱਜ਼ਤ ਕਰਦੇ ਸਨ। ਉਸਨੇ ਕਦੀ ਵੀ ਕਿਸੇ ਦਾ ਬੁਰਾ ਨਹੀਂ ਸੀ ਸੋਚਿਆ ਅਤੇ ਸਾਰਾ ਦਿਨ ਖੇਤਾਂ ਵਿੱਚ ਖੂਬ ਕੰਮ ਕਰਦਾ। ਇਸ ਕਰਕੇ ਉਸ ਦੀ ਫਸਲ ਬਾਕੀ ਕਿਸਾਨਾਂ ਨਾਲੋਂ ਬਹੁਤ ਵਧੀਆ ਸੀ। ਬਰਸਾਤ ਦਾ ਜਦੋਂ ਪਹਿਲਾ ਮੀਂਹ ਪਿਆ ਤਾਂ ਸਾਰੇ ਕਿਸਾਨ ਬਹੁਤ ਖੁਸ਼ ਹੋਏ। ਜਦੋਂ ਪਹਿਲੀ ਬਾਰਿਸ਼ ਸ਼ੁਰੂ ਹੋਈ, ਜਦੋਂ ਪਹਿਲਾ ਮੀਂਹ ਪਿਆ ਤਾਂ ਸਾਰੇ ਕਿਸਾਨ ਬਹੁਤ ਖੁਸ਼ ਹੋ ਗਏ ਅਤੇ ਸਾਰੇ ਆਪਣੇ ਆਪਣੇ ਖੇਤ ਵਾਹੁਣ ਲੱਗ ਪਏ। ਤਾਂ ਉਸ ਸਮੇਂ ਜਿਹੜਾ ਜੁਗਤੀ ਚਾਚਾ ਸੀ ਉਹ ਬਿਮਾਰ ਪੈ ਗਿਆ। ਹੁਣ ਜੁਗਤੀ ਚਾਚੇ ਦੇ ਖੇਤ ਕੌਣ ਵਾਹੇ? ਕਿਉਂਕਿ ਜੁਗਤੀ ਚਾਚਾ ਆਪ ਬਿਮਾਰ ਹੋ ਗਿਆ ਅਤੇ ਉਸਦੇ ਖੇਤ ਕੌਣ ਵਾਹੇ? ਉਹ ਬੜਾ ਉਦਾਸ ਹੋਇਆ ਅਤੇ ਜਿਸ ਕਿਸੇ ਨੂੰ ਵੀ ਆਪਣੇ ਖੇਤ ਵਾਹੁਣ ਲਈ ਕਹਿੰਦਾ ਤਾਂ ਹਰ ਕੋਈ ਉਸ ਨੂੰ ਇਹੀ ਕਹਿੰਦਾ, ਅਜੇ ਤਾਂ ਸਾਡੇ ਆਪਣੇ ਖੇਤ ਵਾਹੁਣ ਵਾਲੇ ਪਏ ਹਨ। ਅਗਰ ਉਹ ਕਿਸੇ ਨੂੰ ਆਪਣੇ ਖੇਤ ਵਾਹੁਣ ਲਈ ਕਹਿੰਦਾ ਤਾਂ ਸਾਰੇ ਉਸ ਨੂੰ ਇੱਕ ਟੁੱਕ ਜਵਾਬ ਦਿੰਦੇ ਕਿ ਹਜੇ ਤਾਂ ਸਾਡੇ ਆਪਣੇ ਖੇਤ ਵਾਹੁਣ ਵਾਲੇ ਪਏ ਹਨ। ਲੋਕਾਂ ਦੇ ਜਵਾਬ ਸੁਣ ਕੇ ਜੁਗਤੀ ਚਾਚਾ ਨਿਰਾਸ਼ ਹੋ ਗਿਆ, ਘਬਰਾ ਗਿਆ ਕਿ ਮੈਂ ਬਿਮਾਰ ਹਾਂ ਅਤੇ ਮੇਰੇ ਖੇਤ ਕੌਣ ਵਾਹੇਗਾ? ਜੇ ਮੈਂ ਸਮੇਂ ਸਿਰ ਖੇਤ ਨਾ ਵਾਹੇ, ਬਿਜਾਈ ਨਾ ਹੋਈ ਤਾਂ ਸਾਰਾ ਸਾਲ ਮੈਂ ਕੀ ਖਾਵਾਂਗਾ? ਸਾਲ ਭਰ ਮੈਂ ਕੀ ਖਾਵਾਂਗੇ? ਸੋਚ ਕੇ ਉਹ ਉਦਾਸ ਹੋ ਗਏ। ਅਤੇ ਫਿਰ ਇਹ ਜੁਗਤੀ ਜਦੋਂ ਸੋਚ ਰਿਹਾ ਸੀ ਤਾਂ ਉਸਦੀ ਘਰਵਾਲੀ ਨੇ ਉਸ ਨੂੰ ਕਿਹਾ ਕਿ ਲੋਕਾਂ ਲਈ ਤਾਂ ਤੁਸੀਂ ਬੜੀਆਂ ਜੁਗਤਾਂ ਕੱਢਦੇ ਸੀ, ਬੜੀਆਂ ਸਕੀਮਾਂ ਬਣਾਉਂਦੇ ਸੀ, ਹੁਣ ਆਪਣੇ ਬਾਰੇ ਵੀ ਕੁਝ ਸੋਚ ਲਵੋ। ਮੀਂਹ ਪੈ ਰਿਹਾ ਹੈ, ਖੇਤ ਵਾਹੁਣ ਵਾਲੇ ਹਨ, ਜੇ ਫਸਲ ਨਾ ਬੀਜੀ ਗਈ ਤਾਂ ਆਪਾਂ ਸਾਰਾ ਸਾਲ ਕੀ ਖਾਵਾਂਗੇ? ਉਸਦੀ ਘਰਵਾਲੀ ਨੇ ਉਸ ਨੂੰ ਕਿਹਾ। ਤਾਂ ਉਸਨੇ ਉਸ ਨੂੰ ਜਵਾਬ ਦਿੱਤਾ, ਜੁਗਤੀ ਚਾਚੇ ਨੇ ਆਪਣੀ ਘਰਵਾਲੀ ਨੂੰ ਜਵਾਬ ਦਿੱਤਾ, ਭਗਵਾਨੇ, ਮੈਂ ਵੀ ਇਹੀ ਸੋਚ ਰਿਹਾ, ਮੇਰੀ ਸਿਹਤ ਠੀਕ ਨਹੀਂ, ਖੇਤ ਕੌਣ ਵਾਹੇਗਾ? ਕੋਈ ਵੀ ਨਹੀਂ ਖੇਤ ਵਾਹ ਰਿਹਾ ਸਾਡੇ। ਤਾਂ ਫਿਰ ਉਸਨੇ ਆਪਣੀ ਘਰਵਾਲੀ ਨੂੰ ਕਿਹਾ ਕਿ ਕੋਈ ਨਾ, ਸਬਰ ਰੱਖ। ਸਬਰ ਮੀਨਸ ਧੀਰਜ ਰੱਖ, ਰੱਬ ਨੂੰ ਸਾਰਿਆਂ ਦਾ ਫਿਕਰ ਹੈ ਤਾਂ ਰੱਬ ਸਾਡੇ ਖੇਤ ਵਾਹੁਣ ਆਵੇਗਾ। ਜੁਗਤੀ ਦੀ ਘਰਵਾਲੀ ਨੇ ਉਸ ਨੂੰ ਕਿਹਾ ਕਿ ਰੱਬ ਸਾਡੇ ਖੇਤ ਵਾਹੁਣ ਆਵੇਗਾ। ਤਾਂ ਉਸਦੀ ਘਰਵਾਲੀ ਉਸ ਨੂੰ ਇੰਨੀ ਗੱਲ ਕਹਿ ਕੇ ਬੁੜ ਕਰਦੀ ਉੱਥੋਂ ਚਲੀ ਗਈ। ਅਚਾਨਕ ਜੁਗਤੀ ਦਾ ਚਿਹਰਾ ਖਿੜ ਪਿਆ। ਉਸ ਨੂੰ ਕੋਈ ਜੁਗਤ ਸੂਝੀ। ਜੁਗਤੀ ਦਾ ਚਿਹਰਾ ਖਿੜ ਪਿਆ। ਕਿਉਂ ਖਿੜਿਆ? ਕਿ ਉਸਨੂੰ ਕੋਈ ਜੁਗਤ ਸੂਝੀ। ਤਾਂ ਉਸਨੇ ਆਪਣੀ ਘਰਵਾਲੀ ਨੂੰ ਬੁਲਾਇਆ ਤਾਂ ਉਸਨੇ ਜਿਹੜੀ ਉਸ ਨੂੰ ਜੁਗਤ ਸੂਝੀ ਸੀ ਉਸ ਨੂੰ ਸਮਝਾਈ ਤਾਂ ਉਸਦੀ ਜੁਗਤ ਸੁਣ ਕੇ ਉਸਦੀ ਘਰਵਾਲੀ ਵੀ ਖੁਸ਼ ਹੋ ਗਈ। ਰਾਤ ਹੋ ਗਈ। ਦੋਵੇਂ ਪਤੀ ਪਤਨੀ ਸੌਣ ਦੀ ਤਿਆਰੀ ਕਰ ਰਹੇ ਸਨ ਤਾਂ ਉਹਨਾਂ ਨੂੰ ਕੀ ਆ, ਗਲੀ ਵਿੱਚ ਕਿਸੇ ਦੇ ਚੱਲਣ ਦੀ ਆਵਾਜ਼ ਆਈ। ਗਲੀ ਵਿੱਚੋਂ ਕਿਸੇ ਦੇ ਲੰਘਣ ਦੀ ਪੈਰ ਚਾਲ ਦੀ ਆਵਾਜ਼ ਆਈ ਤਾਂ ਜੁਗਤੀ ਦੀ ਘਰਵਾਲੀ ਨੇ ਉੱਚੀ ਆਵਾਜ਼ ਵਿੱਚ ਕਿਹਾ। ਤਾਂ ਹੁਣ ਉਹ ਜਿਹੜੀ ਜੁਗਤ ਦੋਨਾਂ ਨੇ ਬਣਾਈ ਸੀ ਉਸ ਜੁਗਤ ਨੂੰ ਵਰਤਣ ਲੱਗੇ ਨੇ। ਤਾਂ ਜੋ ਉਹਨਾਂ ਦੀ ਗਲੀ ਵਿੱਚੋਂ ਕੋਈ ਪੈਰ ਚਾਲ ਆਈ, ਕਿਸੇ ਦੇ ਲੰਘਣ ਦੀ ਆਵਾਜ਼ ਆਈ ਤਾਂ ਜੁਗਤੀ ਦੀ ਘਰਵਾਲੀ ਨੇ ਉੱਚੀ ਆਵਾਜ਼ ਕਿਹਾ। ਤਾਂ ਜੁਗਤੀ ਨੂੰ ਉਸਨੇ ਕਿਹਾ ਕਿ ਸੁਣਦੇ ਹੋ ਜੀ, ਮੇਰੇ ਗਹਿਣੇ ਕਿੱਥੇ ਪਏ ਨੇ? ਤਾਂ ਜੁਗਤੀ ਨੇ ਕਿਹਾ ਕਿ ਤੇਰੇ ਗਹਿਣੇ, ਤੂੰ ਹੁਣ ਗਹਿਣਿਆਂ ਦਾ ਕੀ ਕਰਨਾ? ਤਾਂ ਉਸਨੇ ਪੁੱਛਿਆ ਕਿ ਤੇ ਰਾਤ ਨੂੰ ਗਹਿਣਿਆਂ ਦਾ ਕੀ ਕਰਨਾ? ਤਾਂ ਉਸਨੇ ਕਿਹਾ ਕਿ ਮੇਰੀ ਰਿਸ਼ਤੇਦਾਰੀ ਵਿੱਚ ਕਿਸੇ ਦਾ ਵਿਆਹ ਹੈ। ਅਤੇ ਜਦੋਂ ਪਤੀ ਪਤਨੀ ਆਪਸ ਵਿੱਚ ਆਪਣੇ ਘਰ ਗਹਿਣਿਆਂ ਦੀ ਗੱਲ ਕਰ ਰਹੇ ਸੀ ਤਾਂ ਜਿਹੜਾ ਬੰਦਾ ਗਲੀ ਦੇ ਵਿੱਚੋਂ ਜਾ ਰਿਹਾ ਸੀ, ਕੋਈ ਉੱਪਰਾ ਬੰਦਾ ਲੰਘ ਰਿਹਾ ਸੀ, ਤਾਂ ਉਹ ਬੰਦਾ ਉਹਨਾਂ ਦੇ ਘਰੋਂ ਗਹਿਣਿਆਂ ਦੀ ਗੱਲ ਦੀ ਆਵਾਜ਼ ਸੁਣ ਕੇ ਉਹ ਗਲੀ ਵਿੱਚ ਰੁਕ ਗਿਆ।
ਤਾਂ ਜੁਗਤੀ ਨੇ ਜਦੋਂ ਉਸ ਨੂੰ ਪੁੱਛਿਆ ਕਿ ਤੈਂ ਹੁਣ ਗਹਿਣੇ ਕੀ ਕਰਨੇ, ਤਾਂ ਜੁਗਤੀ ਦੀ ਘਰਵਾਲੀ ਨੇ ਕਿਹਾ ਕਿ ਮੇਰੇ ਕਿਸੇ ਰਿਸ਼ਤੇਦਾਰੀ ਵਿੱਚ ਵਿਆਹ ਹੈ, ਮੈਂ ਵਿਆਹ 'ਤੇ ਜਾਣਾ ਅਤੇ ਮੈਨੂੰ ਉਹ ਗਹਿਣੇ ਚਾਹੀਦੇ ਹਨ। ਤਾਂ ਜੁਗਤੀ ਨੇ ਉਸ ਨੂੰ ਕਿਹਾ ਕਿ ਮੈਂ ਤੇਰੇ ਗਹਿਣੇ ਬਹੁਤ ਸਾਂਭ ਕੇ ਰੱਖੇ ਹੋਏ ਹਨ, ਤੈਨੂੰ ਮਿਲ ਜਾਣਗੇ। ਤਾਂ ਉਸਦੀ ਘਰਵਾਲੀ ਨੇ ਉਸ ਨੂੰ ਪੁੱਛਿਆ ਕਿ ਮੇਰੇ ਗਹਿਣੇ ਕਿੱਥੇ ਰੱਖੇ ਹਨ ਅਤੇ ਮੈਨੂੰ ਚਾਹੀਦੇ ਹਨ। ਉਸਨੇ ਕਿਹਾ ਕਿ ਮੈਂ ਗਹਿਣੇ ਆਪਣੇ ਟਾਹਲੀ ਵਾਲੇ ਖੇਤ ਵਿੱਚ ਦਵਾ ਕੇ ਰੱਖੇ ਹੋਏ ਹਨ। ਟਾਹਲੀ ਵਾਲਾ ਖੇਤ, ਟਾਹਲੀ ਕੀ ਹੈ, ਇੱਕ ਦਰਖਤ ਦਾ ਨਾਂ ਹੈ, ਜਿਹੜਾ ਆਪਣਾ ਟਾਹਲੀ ਵਾਲਾ ਖੇਤ ਹੈ, ਮੈਂ ਉੱਥੇ ਦਵਾ ਕੇ ਰੱਖੇ ਹੋਏ ਹਨ। ਅਤੇ ਦੋਨਾਂ ਮੀਆਂ ਬੀਬੀ ਦੀ ਇਹ ਗੱਲ ਕਿਸ ਨੇ ਸੁਣੀ? ਜਿਹੜਾ ਉਹ ਬੰਦਾ ਗਲੀ ਵਿੱਚੋਂ ਲੰਘ ਰਿਹਾ ਸੀ, ਉਸਨੇ ਦੋਨਾਂ ਦੀ ਇਹ ਗੱਲਬਾਤ ਉਸਨੇ ਸੁਣੀ। ਤਾਂ ਉਸ ਬੰਦੇ ਨੂੰ ਪਤਾ ਚੱਲ ਗਿਆ ਕਿ ਜੁਗਤੀ ਦੇ ਘਰ ਵਾਲੇ ਦੇ ਗਹਿਣੇ ਇਹਨਾਂ ਨੇ ਆਪਣੇ ਟਾਹਲੀ ਵਾਲੇ ਖੇਤ ਵਿੱਚ ਦਵਾਏ ਹੋਏ ਹਨ। ਘਰ ਵਿੱਚ 100 ਚੋਰਾਂ ਦਾ ਡਰ ਰਹਿੰਦਾ ਹੈ, ਤੂੰ ਆਰਾਮ ਨਾਲ ਮੰਜੇ 'ਤੇ ਪੈ ਜਾ, ਸਵੇਰੇ ਤੈਨੂੰ ਮੈਂ ਗਹਿਣੇ ਦੇ ਦੂੰਗਾ। ਅਤੇ ਗਲੀ ਵਿੱਚ ਜਿਹੜਾ ਉੱਪਰਾ ਬੱਤਾ ਸੀ, ਉਸਨੇ ਉਹਨਾਂ ਦੀਆਂ ਗੱਲਾਂ ਤਾਂ ਸਾਰੀਆਂ ਸੁਣ ਰਹੀਆਂ। ਜਦੋਂ ਸਵੇਰ ਹੋਈ ਤਾਂ ਜੁਗਤੀ ਦਾ ਦਰਵਾਜ਼ਾ ਖੜਕਿਆ। ਜਦੋਂ ਸਵੇਰ ਹੋਈ ਤਾਂ ਜੁਗਤੀ ਦਾ ਦਰਵਾਜ਼ਾ ਖੜਕਿਆ। ਤਾਂ ਦਰਵਾਜ਼ਾ ਖੜਕਾਉਣ ਵਾਲਾ ਕੌਣ ਸੀ? ਉਹੀ ਆਦਮੀ ਜੋ ਰਾਤ ਉਹ ਗਲੀ ਵਿੱਚ ਲੰਘ ਕੇ ਗਿਆ ਸੀ। ਉਸਨੇ ਇਹ ਗੱਲ ਸੁਣ ਲਈ ਸੀ ਕਿ ਜੁਗਤੀ ਅਤੇ ਘਰਵਾਲੀ ਦੇ ਜਿਹੜੇ ਗਹਿਣੇ ਆ ਉਹ ਟਾਹਲੀ ਵਾਲੇ ਖੇਤ ਵਿੱਚ ਦੱਬੇ ਹੋਏ ਹਨ। ਤਾਂ ਉਸਨੇ ਆ ਕੇ ਜੁਗਤੀ ਨੂੰ ਕਿਹਾ ਕਿ ਇਸ ਵਾਰ ਤੂੰ ਆਪਣੀ ਫਸਲ ਨਹੀਂ ਬੀਜਣੀ, ਖੇਤ ਨਹੀਂ ਵਾਹੁਣਾ, ਤੇਰੇ ਖੇਤ ਕੌਣ ਵਾਹੇਗਾ, ਤੂੰ ਬਿਮਾਰ ਹੈ। ਤਾਂ ਜੁਗਤੀ ਨੇ ਕਿਹਾ ਉਸਨੂੰ ਵੀ ਮੈਂ ਬਿਮਾਰ ਹਾਂ, ਮੇਰੇ ਖੇਤ ਕੌਣ ਵਾਹੇਗਾ, ਮੈਨੂੰ ਆਪ ਚਿੰਤਾ ਹੈ। ਤਾਂ ਫਿਰ ਉਸਨੇ ਕਿਹਾ ਕਿ ਤੁਸੀਂ ਮੇਰੇ 'ਤੇ ਕੰਮ ਛੱਡ ਦਿਓ, ਮੈਂ ਅੱਜ ਹੀ ਤੁਹਾਡਾ ਖੇਤ ਵਾਹ ਦਿੰਦਾ ਹਾਂ। ਜੁਗਤੀ ਬੋਲਿਆ ਤੁਸੀਂ ਮੇਰੀ ਫਿਕਰ ਛੱਡੋ। ਜੁਗਤੀ ਨੇ ਉਸਨੂੰ ਕਿਹਾ ਕਿ ਤੂੰ ਆਪਣੇ ਖੇਤ ਕਦੋਂ ਵਾਹੇਗਾ? ਤਾਂ ਉਸ ਆਦਮੀ ਨੇ ਕਿਹਾ ਕਿ ਤੁਸੀਂ ਮੇਰੀ ਫਿਕਰ ਛੱਡੋ, ਤੁਸੀਂ ਲੋਕਾਂ ਦੇ 36 ਕੰਮ ਸਵਾਰਦੇ, ਤੁਸੀਂ ਲੋਕਾਂ ਦੇ ਇੰਨੇ ਕੰਮ ਕੀਤੇ ਆ, 36 ਲੋਕ ਸਵਾਰਦੇ ਆ ਕਿ ਮੈਂ ਤੁਹਾਡਾ ਇੱਕ ਕੰਮ ਨਹੀਂ ਕਰ ਸਕਦਾ। ਨਾਲੇ ਆਪਾਂ ਕਿਹੜਾ ਕੋਈ ਤੁਹਾਡੇ ਕੋਲੋਂ ਮਿਹਨਤ ਲੈਣੀ ਹੈ। ਕਿਉਂਕਿ ਉਹ ਬੰਦਾ ਕਿਸ ਲਾਲਚ ਲਈ ਆਇਆ ਸੀ ਜੁਗਤੀ ਦੇ ਖੇਤ ਵਾਹੁਣ ਲਈ? ਉਸ ਬੰਦੇ ਨੇ ਉਸ ਦੇ ਟਾਹਲੀ ਵਾਲੇ ਖੇਤ ਵਿੱਚੋਂ ਗਹਿਣੇ ਲੈਣੇ ਸੀ, ਇਸ ਲਾਲਚ ਲਈ ਉਹ ਉੱਥੇ ਆਇਆ ਸੀ। ਅਤੇ ਇਸੇ ਕਰਕੇ ਉਹ ਜੁਗਤੀ ਨੂੰ ਕਹਿ ਰਿਹਾ ਸੀ ਕਿ ਮੈਂ ਤੁਹਾਡੇ ਕੋਲੋਂ ਕੋਈ ਮਿਹਨਤ ਨਹੀਂ ਲੈਣੀ। ਜੁਗਤੀ ਸਮਝ ਗਿਆ ਕਿ ਬੰਦਾ ਹੁਣ ਮੇਰੇ ਕੰਮ ਵਿੱਚ ਫਸ ਗਿਆ। ਤਾਂ ਦੂਜੇ ਦਿਨ ਹੀ ਉਸ ਗੱਭਰੂ ਨੇ ਜੁਗਤੀ ਚਾਚੇ ਦੀ ਟਾਹਲੀ ਵਾਲਾ ਖੇਤ ਚੰਗੀ ਤਰ੍ਹਾਂ ਵਾਹ ਦਿੱਤਾ। ਗੱਭਰੂ ਬੜਾ ਨਿਰਾਸ਼ ਹੋਇਆ, ਉਸ ਨੂੰ ਗਹਿਣਿਆਂ ਵਾਲਾ ਬਕਸਾ ਨਾ ਲੱਭਾ। ਤਾਂ ਉਸ ਬੰਦੇ ਨੇ ਉਸ ਲਾਲਚ ਨਾਲ ਜੁਗਤੀ ਦਾ ਖੇਤ ਵਾਹ ਦਿੱਤਾ। ਜਦੋਂ ਉਸਨੇ ਖੇਤ ਵਾਹ ਦਿੱਤਾ, ਇੱਕ ਦਿਨ ਵਿੱਚ ਉਸਨੇ ਖੇਤ ਵਾਹ ਦਿੱਤਾ ਅਤੇ ਖੇਤ ਵਾਹ ਕੇ ਉਹ ਬਹੁਤ ਨਿਰਾਸ਼ ਹੋਇਆ। ਕਿਉਂ ਨਿਰਾਸ਼ ਹੋਇਆ? ਕਿ ਉਸ ਨੂੰ ਗਹਿਣਿਆਂ ਵਾਲਾ ਬਕਸਾ ਨਹੀਂ ਮਿਲਿਆ। ਅਗਲੇ ਦਿਨ ਜੁਗਤੀ ਦੀ ਘਰਵਾਲੀ ਦਾਣਿਆਂ ਦਾ ਛੱਟਾ ਬੰਨ ਖੇਤ ਚਲੇ ਗਈ। ਛੱਟਾ ਬੰਨ ਜਦੋਂ ਖੇਤ ਵਾਹਿਆ ਗਿਆ ਤਾਂ ਦਾਣੇ ਖਿਲਾਰਨ ਲਈ ਉੱਥੇ ਉਹ ਚਲੀ ਗਈ। ਖੇਤ ਵਾਹੁਣ ਵਾਲਾ ਗੱਭਰੂ ਜੁਗਤੀ ਚਾਚੇ ਕੋਲ ਆਇਆ ਤਾਂ ਉਸਨੇ ਕਿਹਾ, ਜਦੋਂ ਉਸਦੇ ਕੋਲ ਆਇਆ ਤਾਂ ਜੁਗਤੀ ਚਾਚੇ ਨੇ ਉਸ ਗੱਭਰੂ ਨੂੰ ਕਿਹਾ ਸਦਕੇ ਜਾਵਾਂ, ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਤੂੰ ਕਮਾਲ ਕਰ ਦਿੱਤੀ ਹੈ ਕਿ ਇੱਕ ਦਿਨ ਵਿੱਚ ਹੀ ਟਾਹਲੀ ਵਾਲਾ ਖੇਤ ਵਾਹ ਦਿੱਤਾ। ਖੇਤ ਵਾਹੁਣ ਵਾਲਾ ਜਿਹੜਾ ਨੌਜਵਾਨ ਸੀ ਉਹ ਨਿਰਾਸ਼ ਹੋਇਆ। ਉਸਨੇ ਕਿਹਾ ਕਿ ਖੇਤ ਵਾਹੁਣ ਵਾਲੇ ਦੀ ਗੱਲ ਤਾਂ ਠੀਕ ਹੈ, ਪਰ ਸੋਨੇ ਦੇ ਗਹਿਣਿਆਂ ਵਾਲਾ ਬਕਸਾ। ਤਾਂ ਉਸਨੇ ਕਿਹਾ ਸੋਨੇ ਦੇ ਗਹਿਣੇ ਖੇਤ ਤਾਂ ਵਾਹ ਦਿੱਤਾ, ਠੀਕ ਹੈ, ਪਰ ਹੁਣ ਉਹ ਮਨ ਵਿੱਚ ਸੋਚ ਰਿਹਾ ਕਿ ਜਿਹੜਾ ਤਾਂ ਸੋਨੇ ਦੇ ਗਹਿਣਿਆਂ ਵਾਲਾ ਬਕਸਾ ਸੀ ਉਹ ਤਾਂ ਮੈਨੂੰ ਨਹੀਂ ਦਿਖਿਆ। ਤਾਂ ਉਸਨੇ ਇਹੀ ਕਿਹਾ, ਸਿਰਫ ਇੰਨੀ ਗੱਲ ਨਹੀਂ, ਸੋਨੇ ਦੇ ਗਹਿਣਿਆਂ ਵਾਲਾ ਬਕਸਾ। ਗੱਭਰੂ ਬੋਲਦਾ ਚੁੱਪ ਹੋ ਗਿਆ। ਤਾਂ ਹੁਣ ਉਸਨੇ ਜੁਗਤੀ ਨੇ ਉਸਨੂੰ ਕਿਹਾ ਕਿ ਸੋਨਾ ਤਾਂ ਤੇਰੀ ਚਾਚੀ ਅੱਜ ਬੀਜਣ ਗਈ ਹੈ, ਵੀ ਤੇਰੀ ਚਾਚੀ ਅੱਜ ਸੋਨਾ ਬੀਜਣ ਗਈ ਹੈ ਕਿ ਜਿਹੜੀ ਫਸਲ ਹੈ ਸੋਨੇ ਦੇ ਰੂਪ ਵਿੱਚ ਉਹਨਾਂ ਨੂੰ ਉੱਥੋਂ ਮਿਲੂਗੀ। ਜੁਗਤੀ ਚਾਚਾ ਖਿੜਖੜਾ ਕੇ ਹੱਸ ਪਿਆ ਅਤੇ ਜਿਹੜਾ ਗੱਭਰੂ ਸੀ ਉਹ ਨੀਵੀਂ ਪਾ ਕੇ ਸ਼ਰਮਿੰਦਾ ਪਾ ਕੇ ਜੁਗਤੀ ਦੇ ਘਰੋਂ ਚਲੇ ਗਿਆ। ਅੱਜ ਆਪਾਂ ਇਸ ਪਾਠ 'ਤੇ ਕੀ ਕਰਾਂਗੇ? ਨਵੇਂ ਸ਼ਬਦ। ਅਤੇ ਇਸ ਪਾਠ ਨੂੰ ਹਰ ਬੱਚੇ ਨੇ ਚੰਗੀ ਤਰ੍ਹਾਂ ਪੜ੍ਹਨਾ, ਲੈਸਨ ਚੰਗੀ ਤਰ੍ਹਾਂ ਰੀਡ ਕਰਨਾ। ਜਦੋਂ ਤੁਸੀਂ ਲੈਸਨ ਰੀਡ ਕਰਨਾ, ਹੱਥ ਵਿੱਚ ਪੈਨਸਿਲ ਪਕੜਨੀ ਆ, ਹਰ ਪੈਰੇ ਵਿੱਚੋਂ ਕੁਐਸਚਨ ਆਉਣੇ ਨੇ ਅਤੇ ਫਿਰ ਆਪਾਂ ਉਸਦੀ ਬੈਕ ਐਕਸਰਸਾਈਜ਼ ਕਰਾਂਗੇ। ਸ਼ਬਦ ਅਰਥ ਹੈਗੇ ਨੇ ਤੁਹਾਡੇ ਕੋਲ ਨਿੱਤ, ਹਰ ਰੋਜ਼, ਸਕੀਮਾਂ ਘਟਨਾ, ਯੋਜਨਾਵਾਂ ਬਣਾਉਣਾ, ਸਬਰ, ਧੀਰਜ, ਯੁਕਤ, ਯੋਜਨਾ, ਪੈਰ ਚਾਲ, ਚੱਲਣ ਸਮੇਂ ਪੈਰਾਂ ਦੀ ਥਪ ਦੀ ਆਵਾਜ਼, ਟਾਹਲੀ, ਇੱਕ ਦਰਖਤ, ਓਪਰਾ, ਪਰਾਇਆ, ਛੱਟਾ ਮਾਰਨਾ, ਖਿਲਾਰਨਾ, ਸਦਕੇ ਜਾਵਾਂ, ਕੁਰਬਾਨ, ਨੀਵੀਂ ਪਾਈ, ਸ਼ਰਮਿੰਦਾ ਹੋਈ।